ਹਾਜ਼ਰ ਹਾਂ ਦੋਸਤੋ ਸੁਚੇਤਕ ਸਟੂਡੀਓ ਦਾ ਪ੍ਰੋਗਰਾਮ ਇਨੀ ਦਿਨੀ ਲੈ ਕੇ। ਇਨੀ ਦਿਨੀ ਮਾਨਸੂਨ ਦੀ ਬਾਰਿਸ਼ ਤੋਂ ਕਿਤੇ ਵੱਧ ਸੱਤਾ ਦੀ ਅਨੈਤਿਕਤਾ ਦੀ ਵਾਛੜ ਹੋ ਰਹੀ ਹੈ। ਜਿਹੜੇ ਪ੍ਰਧਾਨ ਮੰਤਰੀ 8 ਮਹੀਨੇ ਤੱਕ ਆਪਣੀਆਂ ਬਰੂਹਾਂ ਤੇ ਬੈਠੇ ਕਿਸਾਨ ਅੰਦੋਲਨ ਲਈ ਸਾਜ਼ਿਸ਼ੀ ਚੁੱਪਧਾਰੀ ਰੱਖਦੇ ਨੇ ਤੇ ਜਦੋਂ ਬੋਲਦੇ ਵੀ ਨੇ ਤਾਂ ਉਹਨਾਂ ਨੂੰ ਅੰਦੋਲਨ ਜੀਵੀ ਆਖਦੇ ਨੇ, ਹੁਣ ਅਚਾਨਕ ਉਸੇ ਪ੍ਰਧਾਨ ਮੰਤਰੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਡੇ ਦੇਸ਼ ਦੀ ਵਿਰੋਧੀ ਧਿਰ ਕੁਝ ਕਿਸਾਨ ਪੁੱਤਾਂ ਨੂੰ ਮੰਤਰੀ ਬਣਾਏ ਜਾਣ ਤੇ ਔਖੀ ਹੋ ਚੁੱਕੀ ਹੈ। ਸਾਡੇ ਦੇਸ਼ ਦੀ ਵਿਰੋਧੀ ਧਿਰ ਕੁਝ ਇਸਤਰੀਆਂ ਤੇ ਦਲਿਤਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਨੂੰ ਬਰਦਾਸ਼ਤ ਨਹੀਂ ਕਰ ਰਹੀ। ਇਹ ਦੋਸਤੋ, ਜਦੋਂ ਅਸੀਂ ਇਸ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਸੁਣ ਰਹੇ ਸਾਂ ਤਾਂ ਇਸ ਗੱਲ ਉੱਤੇ ਹਾਸਾ ਵੀ ਆ ਰਿਹਾ ਸੀ ਤੇ ਰੋਣਾ ਵੀ ਆ ਰਿਹਾ ਸੀ। ਜਿਸ ਮੁਲਕ ਨੂੰ, ਜਿਸ ਲੋਕਤੰਤਰ ਨੂੰ ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਮਿਲਣਗੇ ਜਿਹੜੇ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਬਿਲਕੁਲ ਝੂਠ ਦਾ ਸਹਾਰਾ ਲੈਂਦੇ ਹੋਏ ਵਿਰੋਧੀਆਂ ਉੱਤੇ ਵਾਰ ਕਰਨਗੇ, ਉਸ ਦੇਸ਼ ਦੇ ਵਿੱਚ ਲੋਕਤੰਤਰ ਦਾ ਬੂਟਾ ਸੁੱਕੇਗਾ ਜਾਂ ਹਰਿਆ ਹੋਏਗਾ, ਇਹਦੇ ਬਾਰੇ ਆਪਣੇ ਆਪ ਦੇ ਵਿੱਚ ਸਵਾਲ ਖੜਾ ਹੋ ਜਾਂਦਾ। ਔਰ ਇਹ ਸਵਾਲ ਸਾਨੂੰ ਸਾਰਿਆਂ ਨੂੰ ਚਿੰਤਾ ਦੇ ਵਿੱਚ ਪਾ ਦਿੰਦਾ, ਬਲਕਿ ਬਹੁਤ ਹੱਦ ਤੱਕ ਅਸੀਂ ਸ਼ਰਮਸਾਰ ਹੁੰਦੇ ਹਾਂ। ਹਾਲਾਂਕਿ ਇਹ ਵੀ ਹੈ ਕਿ ਸਾਡੇ ਦੇਸ਼ ਦੇ ਵਿੱਚ ਅੱਜ ਕੱਲ੍ਹ ਸ਼ਰਮਸਾਰ ਹੋਣਾ ਵੀ ਦੇਸ਼ ਧਰੋਹ ਹੋ ਸਕਦਾ, ਕਿਉਂਕਿ ਜੇ ਤੁਸੀਂ ਸਰਕਾਰ ਦੇ ਕੰਮਾਂ ਤੇ ਸ਼ਰਮਸਾਰ ਹੋਣ ਦੀ ਗੱਲ ਕਰਦੇ ਹੋ ਤਾਂ ਸਰਕਾਰ ਤੁਹਾਨੂੰ ਦੇਸ਼ ਧਰੋਹੀਆਂ ਦੇ ਖਾਤੇ ਦੇ ਵਿੱਚ ਵੀ ਰੱਖ ਸਕਦੀ ਹੈ। ਇਹਨਾਂ ਹਾਲਾਤ ਦੇ ਵਿੱਚ ਕਿਸਾਨ ਅੰਦੋਲਨ ਦੇ ਨੇਤਾ ਤਾਂ ਸੱਚਮੁੱਚ ਦੇਸ਼ ਧਰੋਹੀ ਸਰਕਾਰ ਦੀ ਨਜ਼ਰ ਵਿੱਚ ਮੰਨੇ ਹੀ ਜਾਣੇ ਚਾਹੀਦੇ ਨੇ, ਕਿਉਂਕਿ ਉਹ ਇਸ ਅੰਦੋਲਨ ਦਾ ਦਬਾਅ ਇੰਨਾ ਕੁ ਵਿਰੋਧੀ ਪਾਰਟੀਆਂ ਦੇ ਉੱਤੇ ਬਣਾ ਚੁੱਕੇ ਨੇ ਕਿ ਵਿਰੋਧੀ ਪਾਰਟੀਆਂ ਸੱਤਾ ਦੇ ਖਿਲਾਫ ਸੰਘਰਸ਼ ਕਰਨ ਲਈ, ਬੇਸ਼ੱਕ ਉਹ ਸੰਘਰਸ਼ ਲਫ਼ਜ਼ਾਂ ਦੀ ਸ਼ਕਲ ਦੇ ਵਿੱਚ ਹੀ ਹੋਵੇ, ਉਹ ਕਰਨ ਲਈ ਸਾਹਮਣੇ ਆ ਗਈਆਂ ਨੇ। ਉਂਝ ਅਸੀਂ ਇੱਕ ਗੱਲ ਬਾਰੇ ਬਹੁਤ ਕਲੀਅਰ ਆ ਕਿ ਬਹੁਤੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਸੱਤਾ ਦੇ ਖਿਲਾਫ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਇਨੀ ਦਿਨੀ ਖੜੀਆਂ ਹੋ ਰਹੀਆਂ ਨੇ, ਉਹਨਾਂ ਦਾ ਰਿਕਾਰਡ ਵੀ ਕੋਈ ਬਹੁਤਾ ਚੰਗਾ ਨਹੀਂ। ਉਹਨਾਂ ਨੂੰ ਵੀ ਜੇ ਕਸੌਟੀ ਉੱਤੇ ਪਰਖਿਆ ਜਾਵੇ ਤਾਂ ਉਹ ਵੀ ਸਫਲ ਹੋਣ ਵਾਲੀ ਪਾਸੇ ਨਹੀਂ ਨਜ਼ਰ ਆਉਂਦੀਆਂ। ਇਹਨਾਂ ਦੇ ਵਿੱਚ ਅਸੀਂ ਕਾਂਗਰਸ ਦੀ ਗੱਲ ਕਰ ਸਕਦੇ ਹਾਂ। ਕਾਂਗਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਲੋਕਤੰਤਰ ਦੇ ਹਵਾਲੇ ਨਾਲ ਤਾਂ ਸਾਨੂੰ ਇੱਕ ਬਹੁਤ ਪੁਰਾਣਾ ਬਿਆਨ ਯਾਦ ਆਉਂਦਾ ਹੈ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਇੰਦਰਾ ਹੀ ਇੰਡੀਆ ਹੈ ਤੇ ਇੰਡੀਆ ਹੀ ਇੰਦਰਾ ਹੈ। ਹੁਣ ਇਸੇ ਤਰ੍ਹਾਂ ਦੇ ਹਾਲਾਤ ਕੁਝ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਬਣਾ ਦਿੱਤੇ ਨੇ ਕਿ ਮੋਦੀ ਹੀ ਸਭ ਕੁਝ ਹੈ, ਔਰ ਜੇ ਕੋਈ ਮੋਦੀ ਸਾਹਿਬ ਦੇ ਖਿਲਾਫ ਬੋਲਦਾ, ਜੇ ਕੋਈ ਉਹਨਾਂ ਦੀ ਸਰਕਾਰ ਦੇ ਖਿਲਾਫ ਬੋਲਦਾ ਤਾਂ ਇਹਦਾ ਮਤਲਬ ਹੈ ਕਿ ਉਹ ਰਾਸ਼ਟਰ ਵਿਰੋਧੀ ਹੈ, ਉਹ ਦੇਸ਼ ਧਰੋਹੀ ਹੈ। ਇੱਕ ਸਰਕਾਰ ਦੇ ਖਿਲਾਫ ਬੋਲਣਾ ਔਰ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਨਾ ਜਾਂ ਉਹਦੀ ਆਲੋਚਨਾ ਕਰਨਾ ਜੇ ਦੇਸ਼ ਧਰੋਹ ਬਣ ਜਾਵੇ ਤਾਂ ਸੱਚਮੁੱਚ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਜਾਂਦਾ। ਦੋਸਤੋ, ਇਸ ਚਰਚਾ ਨੂੰ ਅਸੀਂ ਬਹੁਤ ਲੰਬੀ ਨਹੀਂ ਲਿਜਾਂਦੇ, ਇੱਥੇ ਹੀ ਛੱਡਦੇ ਹਾਂ। ਪਰ ਜਿਹੜੀਆਂ ਗੱਲਾਂ ਅਸੀਂ ਅੱਗੇ ਜਾ ਕੇ ਵੀ ਕਰਾਂਗੇ ਇੱਕ ਤਰ੍ਹਾਂ ਨਾਲ ਉਹ ਇਸੇ ਦੀ ਲਗਾਤਾਰਤਾ ਦੇ ਵਿੱਚ ਹੋਣ ਵਾਲੀਆਂ ਬਣ ਜਾ ਰਹੀਆਂ ਨੇ। ਇਨੀ ਦਿਨੀ ਇੱਕ ਜਸੂਸੀ ਕਾਂਡ ਦੀ ਚਰਚਾ ਹੋ ਰਹੀ ਹੈ। ਦਾ ਵਾਇਰ ਨਾਂ ਦੇ ਨਿਊਜ਼ ਪੋਰਟਲ ਨੇ ਇੱਕ ਖਬਰ ਦਿੱਤੀ ਹੈ, ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਵਿੱਚ ਬਹੁਤ ਸਾਰੇ ਨੇਤਾਵਾਂ, ਬਹੁਤ ਸਾਰੇ ਅਧਿਕਾਰੀਆਂ, ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਤੱਕ ਦੀ ਜਸੂਸੀ ਹੋਣ ਦੀ ਗੱਲ ਸਾਡੇ ਸਾਹਮਣੇ ਆਈ ਹੈ। ਜੇ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਤਾਂ ਸੱਚਮੁੱਚ ਅਸੀਂ ਸੋਚ ਲਈਏ ਕਿ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ। ਔਰ ਇਸ ਦੇਸ਼ ਦੇ ਵਿੱਚ ਜੇ ਹਾਲਾਤ ਇੱਦਾਂ ਦੇ ਬਣ ਜਾਣਗੇ ਤਾਂ ਖਾਸ ਕਰਕੇ ਹਰ ਪੱਖ ਦੇ ਉੱਤੋਂ ਇੱਦਾਂ ਦੇ ਬਣ ਜਾਣਗੇ ਤਾਂ ਲਾਜ਼ਮੀ ਤੌਰ ਦੇ ਉੱਤੇ ਲੋਕਤੰਤਰ ਨੂੰ ਸੱਟ ਵੱਜੇਗੀ। ਇਸੇ ਕਰਕੇ ਪ੍ਰੈਸ ਕਲੱਬ ਆਫ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਇਸ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਸਾਡੇ ਲੋਕਤੰਤਰ ਦੀਆਂ ਚਾਰੇ ਬੁਨਿਆਦਾਂ ਦੇ ਉੱਤੇ ਜਸੂਸੀ ਦੀ ਮਾਰ ਪੈ ਰਹੀ ਹੈ। ਔਰ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਹਾਲਾਤ ਇਹ ਨੇ ਕਿ ਨਿਆਂਪਾਲਿਕਾ ਜਸੂਸੀ ਦੀ ਮਾਰ ਹੇਠ ਹੈ। ਸਾਡੀ ਸੰਸਦ ਦੇ ਮੈਂਬਰ ਜਿਹੜੇ ਨੇ ਉਹ ਜਸੂਸੀ ਦੀ ਮਾਰ ਹੇਠ ਨੇ। ਸਾਡਾ ਮੀਡੀਆ, ਸਾਡੇ ਅਧਿਕਾਰੀ, ਇੱਥੋਂ ਤੱਕ ਕਿ ਮੰਤਰੀਆਂ ਉੱਤੇ ਵੀ ਜਸੂਸੀ ਹੋ ਰਹੀ ਹੈ ਤੇ ਇਹ ਸਾਰਾ ਕੁਝ ਕਿਸੇ ਗੁਪਤ ਏਜੰਡੇ ਦੇ ਤਹਿਤ ਹੀ ਹੋ ਰਿਹਾ ਹੈ। ਨਾਲ ਦੀ ਨਾਲ ਪ੍ਰੈਸ ਕਲੱਬ ਆਫ ਇੰਡੀਆ ਨੇ ਇਹ ਵੀ ਬਿਆਨ ਦਿੱਤਾ ਕਿ ਜਿਸ ਕਿਸਮ ਦਾ ਹਾਲਾਤ ਸਾਡੇ ਸਾਹਮਣੇ ਹੋ ਰਹੇ ਨੇ, ਜਿਸ ਕਿਸਮ ਦੀਆਂ ਏਜੰਸੀਆਂ ਇਹ ਸਾਰਾ ਕੁਝ ਕਰ ਰਹੀਆਂ ਨੇ, ਉਹਨਾਂ ਦਾ ਸਾਡੇ ਦੇਸ਼ ਦੇ ਹਿੱਤਾਂ ਨਾਲ ਕੋਈ ਵੀ ਲਾਗਾ ਦੇਗਾ ਨਹੀਂ। ਮਤਲਬ ਇਹ ਕਿ ਜੇ ਤੁਸੀਂ ਵਿਦੇਸ਼ਾਂ ਦੀਆਂ
ਕੁਝ ਕੰਪਨੀਆਂ ਨੂੰ, ਉਹਨਾਂ ਦੇ ਸੌਫਟਵੇਅਰ ਨੂੰ ਇਸਤੇਮਾਲ ਕਰਦੇ ਹੋ ਤੇ ਹਿੰਦੁਸਤਾਨ ਦੀ ਲੋਕਾਂ ਦੀ, ਹਿੰਦੁਸਤਾਨ ਦੇ ਨਾਗਰਿਕਾਂ ਦੀ ਜਸੂਸੀ ਕਰਦੇ ਹੋ, ਤਾਂ ਇਹ ਸੱਚਮੁੱਚ ਹਿੰਦੁਸਤਾਨ ਦੀ ਤੋਹੀਨ ਕਰਨ ਵਾਲੀ ਚੀਜ਼ ਵੀ ਹੈ ਤੇ ਹਿੰਦੁਸਤਾਨ ਦੇ ਲੋਕਾਂ ਉੱਤੇ ਬੇਇਤਬਾਰੀ ਕਰਨ ਵਾਲੀ ਚੀਜ਼ ਵੀ ਹੈ, ਇਹ ਜਿਹੜੀ ਸਾਡੀ ਸਰਕਾਰ ਕਰ ਰਹੀ ਹੈ। ਇਸੇ ਕਰਕੇ ਸਾਡੀ ਸਰਕਾਰ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਰਗਰਮ ਨੇ। ਖਾਸ ਕਰਕੇ ਕਾਂਗਰਸ ਪਾਰਟੀ ਤਾਂ ਬਹੁਤ ਜ਼ਿਆਦਾ ਸਰਗਰਮ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਨੇ ਤਾਂ ਇਹ ਵੀ ਕਹਿ ਦਿੱਤਾ ਭਾਜਪਾ ਬਾਰੇ ਕਿ ਇਹ ਭਾਰਤੀ ਜਸੂਸ ਪਾਰਟੀ ਬਣ ਚੁੱਕੀ ਹੈ। ਪਾਰਟੀ ਦੇ ਆਗੂ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ 1 ਮਿੰਟ ਲਈ ਵੀ ਦੇਸ਼ ਦੇ ਗ੍ਰਹਿ ਮੰਤਰੀ ਰੱਖੇ ਜਾਣ ਦੇ ਯੋਗ ਮੰਨੇ ਜਾ ਸਕਦੇ ਨੇ ਕਿ ਨਹੀਂ। ਉਹਨਾਂ ਨੇ ਇਹ ਵੀ ਇੱਕ ਸਵਾਲ ਕੀਤਾ, ਉਹਨਾਂ ਨੇ ਤਾਂ ਇਹ ਵੀ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਜਾਂਚ ਪੜਤਾਲ ਕਿਉਂ ਨਾ ਕੀਤੀ ਜਾਵੇ। ਇਹਦੇ ਜਵਾਬ ਦੇ ਵਿੱਚ ਗ੍ਰਹਿ ਮੰਤਰੀ ਸਾਰੇ ਕੁਝ ਨੂੰ ਇੱਕ ਸਾਜ਼ਿਸ਼ ਕਰਾਰ ਦੇ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਕਹਿਣ ਦਾ ਯਤਨ ਕਰ ਰਹੇ ਨੇ ਕਿ ਤੁਸੀਂ ਲੜੀ ਬਣਦੀ ਵੇਖੋ। ਇਸ ਦੇਸ਼ ਦੇ ਵਿੱਚ ਲੜੀ ਬਣਦੀ ਵੇਖੋ ਦਾ ਸਿਲਸਿਲਾ ਕੁਝ ਭਾਰਤੀ ਜਨਤਾ ਪਾਰਟੀ ਦੀ ਆਮਦ ਦੇ ਨਾਲ ਬਹੁਤ ਜ਼ਿਆਦਾ ਹੀ ਚੱਲ ਪਿਆ ਕਿ ਵੇਖੋ ਅਜਲਾਸ ਆ ਗਿਆ ਲੋਕ ਸਭਾ ਦਾ, ਰਾਜ ਸਭਾ ਦਾ, ਤਾਂ ਹੁਣ ਇੱਕ ਲੜੀ ਬਣ ਗਈ ਹੈ ਕਿ ਜਸੂਸੀ ਦਾ ਕਾਂਡ ਉਭਾਰ ਕੇ ਸਾਹਮਣੇ ਲੈ ਆਂਦਾ ਗਿਆ। ਹੁਣ ਉਸ ਤੋਂ ਬਾਅਦ ਜਿਹੜੇ ਬਿਆਨ ਆ ਰਹੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਵਿਰੋਧੀ ਧਿਰ ਕਿੱਡੀ ਵੱਡੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਦੋਸਤੋ ਸਵਾਲ ਇਹ ਵੀ ਪੈਦਾ ਹੁੰਦਾ ਕਿ ਜੇ ਸੱਚਮੁੱਚ ਸਰਕਾਰ ਨੂੰ ਇਹ ਸਾਜ਼ਿਸ਼ ਲੱਗਦੀ ਹੈ ਔਰ ਬਹੁਤ ਹੱਦ ਤੱਕ ਜਿਵੇਂ ਕਿ ਕਿਹਾ ਗਿਆ ਕੌਮਾਂਤਰੀ ਸਾਜ਼ਿਸ਼ ਲੱਗਦੀ ਹੈ, ਤਾਂ ਫਿਰ ਕੌਮਾਂਤਰੀ ਸਾਜ਼ਿਸ਼ ਨੂੰ ਨੰਗਾ ਕਰਨ ਲਈ ਸਰਕਾਰ ਨੂੰ ਤਾਂ ਸੱਚਮੁੱਚ ਜਾਂਚ ਪੜਤਾਲ ਲਈ ਸਭ ਤੋਂ ਪਹਿਲਾਂ ਅੱਗੇ ਆ ਜਾਣਾ ਚਾਹੀਦਾ। ਪਰ ਸਰਕਾਰ ਇਹਦੇ ਐਨ ਉਲਟ ਚੱਲ ਰਹੀ ਹੈ ਔਰ ਜਾਂਚ ਪੜਤਾਲ ਤੋਂ ਭੱਜ ਰਹੀ ਹੈ ਔਰ ਇੱਥੋਂ ਤੱਕ ਕਹਿਣ ਦਾ ਯਤਨ ਕਰ ਰਹੀ ਹੈ ਕਿ ਜੋ ਕੁਝ ਕਿਹਾ ਜਾ ਰਿਹਾ ਇਹ ਸਾਰਾ ਕੁਝ ਹੀ ਗਲਤ ਹੈ। ਇਹਦੇ ਮੰਤਰੀ ਸਾਰਾ ਕੁਝ ਇਸ ਨੂੰ ਗਲਤ ਕਹਿਣ ਦੀ ਗੱਲ ਕਰ ਰਹੇ ਨੇ। ਇੱਥੋਂ ਤੱਕ ਕਹਿਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਇੱਕ ਪਾਰਟੀ ਦੇ ਖਿਲਾਫ, ਸਾਡੀ ਸਰਕਾਰ ਦੇ ਖਿਲਾਫ, ਸਾਡੇ ਲੋਕਤੰਤਰ ਦੇ ਖਿਲਾਫ ਇੱਕ ਸਾਜ਼ਿਸ਼ ਹੈ। ਜੇ ਇਹ ਕੌਮਾਂਤਰੀ ਸਾਜ਼ਿਸ਼ ਹੈ ਤਾਂ ਸਰਕਾਰ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਇਜ਼ਰਾਈਲ ਵੱਲੋਂ ਆਇਆ ਉਹ ਸੌਫਟਵੇਅਰ ਕੀ ਭਾਰਤ ਸਰਕਾਰ ਨੇ ਖਰੀਦਿਆ ਹੈ ਕਿ ਨਹੀਂ। ਭਾਰਤ ਸਰਕਾਰ ਇਸ ਗੱਲ ਦਾ ਵੀ ਜਵਾਬ ਦੇਣ ਲਈ ਤਿਆਰ ਨਹੀਂ ਆ ਕਿ ਜਿਹੜੇ ਸੌਫਟਵੇਅਰ ਦੇ ਨਾਲ ਜਸੂਸੀ ਕੀਤੀ ਜਾ ਰਹੀ ਹੈ ਉਹ ਭਾਰਤ ਸਰਕਾਰ ਨੇ ਖਰੀਦਿਆ ਵੀ ਹੈ ਕਿ ਨਹੀਂ। ਜੇ ਸਰਕਾਰ ਇੱਕ ਹਾਂ ਜਾਂ ਨਾ ਵਾਲਾ ਜਵਾਬ ਦੇਣ ਲਈ ਵੀ ਤਿਆਰ ਨਹੀਂ ਤਾਂ ਲਾਜ਼ਮੀ ਤੌਰ 'ਤੇ ਸਰਕਾਰ ਦੀ ਨੀਅਤ ਤੇ ਨੀਤੀ ਦੇ ਉੱਤੇ ਸ਼ੱਕ ਪੈਦਾ ਹੋਏਗਾ ਹੀ। ਵੈਸੇ ਇਹ ਜਸੂਸੀ ਕਾਂਡ ਕੋਈ ਅੱਜ ਪਹਿਲੀ ਵਾਰ ਨਹੀਂ ਹੋ ਰਿਹਾ, ਹਿੰਦੁਸਤਾਨ ਦੇ ਵਿੱਚ ਇੱਦਾਂ ਦੇ ਕਾਂਡ ਪਹਿਲਾਂ ਵੀ ਵਾਪਰਦੇ ਰਹੇ ਨੇ, ਪਰ ਇਸ ਹੱਦ ਤੱਕ ਜਾ ਕੇ ਜਸੂਸੀ ਹੁੰਦੀ ਹੈ ਇਹ ਗੱਲ ਸ਼ਾਇਦ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ। ਇਹ ਦੋਸਤੋ ਮੰਤਰੀਆਂ ਦੀ ਜਸੂਸੀ ਹੋ ਸਕਦੀ, ਹਿੰਦੁਸਤਾਨ ਦੇ ਵਿੱਚ ਸਿਆਸਤਦਾਨਾਂ ਦੀ ਜਸੂਸੀ ਹੋ ਸਕਦੀ, ਪੱਤਰਕਾਰ ਵੀ ਨਹੀਂ ਬਖਸ਼ੇ ਗਏ, ਹੁਣ ਬਿਲਕੁਲ ਹੀ ਨਹੀਂ ਬਖਸ਼ੇ ਜਾ ਰਹੇ, ਹੁਣ ਤਾਂ ਉਹਨਾਂ ਤੇ ਕੇਸ ਵੀ ਹੋ ਜਾਂਦੇ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਚੀਫ ਜਸਟਿਸ ਦੇ ਉੱਤੇ ਇਲਜ਼ਾਮ ਲਾਉਣ ਵਾਲੀ ਬੀਬੀ ਦੀ ਵੀ ਜਸੂਸੀ ਕੀਤੀ ਗਈ, ਉਹਦੇ ਫੋਨ ਨੂੰ ਵੀ ਜਸੂਸੀ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ। ਔਰ ਉਸ ਤੋਂ ਬਾਅਦ ਗੱਲ ਇੱਥੇ ਮੁੱਕ ਨਹੀਂ ਗਈ, ਬਲਕਿ ਹਾਲਤ ਇਹ ਹੋ ਗਈ ਕਿ ਉਹਦੇ ਪਤੀ ਨੂੰ ਤੇ ਉਹਦੇ ਦਿਓਰ ਨੂੰ ਦੋਨਾਂ ਨੂੰ ਦਿੱਲੀ ਪੁਲਿਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਔਰ ਜਿਹੜੇ ਚੀਫ ਜਸਟਿਸ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦਾ ਨਾਂ ਹੈ ਰੰਜਨ ਗੋਗੋਈ, ਔਰ ਉਸ ਔਰਤ ਨੇ ਉਹਦੇ ਉੱਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਾਇਆ ਸੀ। ਭਾਰਤ ਸਰਕਾਰ ਨੇ ਉਹਨਾਂ ਨੂੰ ਉਸ ਯੌਨ ਸ਼ੋਸ਼ਣ ਤੋਂ ਮੁਕਤ ਵੀ ਕਰਵਾਇਆ, ਮੁਕਤ ਹੀ ਨਹੀਂ ਕਰਵਾਇਆ ਬਲਕਿ ਸੇਵਾ ਮੁਕਤ ਹੁੰਦੇ ਸਾਰ ਹੀ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਇਹ ਆ ਸਾਡੇ ਦੇਸ਼ ਦਾ ਲੋਕਤੰਤਰ, ਇਹ ਆ ਸਾਡੇ ਦੇਸ਼ ਦੀ ਹਾਲਤ। ਇਹਨਾਂ ਹਾਲਾਤ ਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਕੰਪਨੀ ਦਾ ਸੌਫਟਵੇਅਰ ਖਰੀਦਿਆ ਗਿਆ ਇਜ਼ਰਾਈਲ ਦੀ ਉਹ ਕੰਪਨੀ ਇਹ ਕਹਿਣ ਦਾ ਯਤਨ ਕਰ ਰਹੀ ਹੈ ਕਿ ਜਿਹੜਾ ਤੁਸੀਂ ਸੌਫਟਵੇਅਰ ਦੱਸ ਰਹੇ ਹੋ ਇਹ ਸੌਫਟਵੇਅਰ ਅਸੀਂ ਕਿਸੇ ਪ੍ਰਾਈਵੇਟ ਬੰਦੇ ਨੂੰ ਨਹੀਂ ਵੇਚਦੇ, ਇਹ ਸਰਕਾਰਾਂ ਨੂੰ ਹੀ ਵੇਚਿਆ ਜਾਂਦਾ ਜਾਂ ਸਰਕਾਰੀ ਏਜੰਸੀਆਂ ਨੂੰ ਹੀ ਵੇਚਿਆ ਜਾਂਦਾ ਹੈ, ਕਿਉਂਕਿ ਇਹਦਾ ਮੁੱਖ ਮਕਸਦ ਦਹਿਸ਼ਤਗਰਦੀ ਦੇ ਉੱਤੇ ਕਾਬੂ ਪਾਉਣ ਦਾ ਹੀਲਾ ਕਰਨਾ ਵਾ। ਔਰ ਇਹ ਹੀਲਾ ਕਿਉਂਕਿ ਸਰਕਾਰਾਂ ਨੇ ਹੀ ਕਰਨਾ ਹੁੰਦਾ, ਸਰਕਾਰੀ ਏਜੰਸੀਆਂ ਨੇ ਹੀ ਕਰਨਾ ਹੁੰਦਾ, ਇਸ ਕਰਕੇ ਉਹਨਾਂ ਨੂੰ ਵੀ ਵੇਚਿਆ ਜਾਂਦਾ। ਔਰ ਦੋਸਤੋ ਇਹ ਵੀ ਦੱਸ ਦਈਏ ਕਿ ਬਹੁਤ ਮਹਿੰਗਾ ਸੌਫਟਵੇਅਰ ਹੈ।
ਲੱਖਾਂ ਡਾਲਰ ਦਾ ਸੌਫਟਵੇਅਰ ਹੈ, ਇਸ ਕਰਕੇ ਆਮ ਬੰਦਾ ਇਹਨੂੰ ਖਰੀਦ ਵੀ ਨਹੀਂ ਸਕਦਾ। ਔਰ ਲਾਜ਼ਮੀ ਤੌਰ ਦੇ ਉੱਤੇ ਜੇ ਇੰਡੀਆ ਦੇ ਵਿੱਚ ਇਹ ਆਇਆ ਤਾਂ ਸਾਡੀ ਸਰਕਾਰ ਨੇ, ਸਾਡੀਆਂ ਏਜੰਸੀਆਂ ਨੇ ਖਰੀਦਿਆ ਹੋਏਗਾ। ਪਰ ਭਾਰਤ ਸਰਕਾਰ ਇੰਨੀ ਗੱਲ ਵੀ ਮੰਨਣ ਲਈ ਤਿਆਰ ਨਹੀਂ ਹੈ। ਸ਼ਾਇਦ ਉਹ ਹਰ ਗੱਲ ਦੇ ਵਿੱਚ ਰਿਕਾਰਡ ਪੈਦਾ ਕਰਨੇ ਚਾਹੁੰਦੀ ਹੈ। ਸਰਕਾਰ ਨੇ ਹਰ ਬੁਰਾ ਰਿਕਾਰਡ ਪੈਦਾ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਬੁਰੇ ਰਿਕਾਰਡ ਪੈਦਾ ਕਰਦੀ ਕਰਦੀ ਸਰਕਾਰ ਨੇ ਇੱਕ ਚੰਗਾ ਰਿਕਾਰਡ ਪੈਦਾ ਕਰਨ ਦੇ ਵਿੱਚ ਸਾਡੀ ਹੈਲਪ ਵੀ ਕੀਤੀ ਆ। ਬੇਸ਼ੱਕ ਇੱਕ ਦੁਸ਼ਮਣ ਵਜੋਂ ਹੀ ਕੀਤੀ ਆ। ਉਹ ਹੈਲਪ ਕੀਤੀ ਹੈ ਕਿਸਾਨ ਅੰਦੋਲਨ ਦੀ ਸ਼ਕਲ ਦੇ ਵਿੱਚ, ਜਿਹੜਾ ਸਭ ਤੋਂ ਲੰਮਾ ਕਿਸਾਨ ਅੰਦੋਲਨ ਹੈ, ਜਿਹੜਾ ਸਭ ਤੋਂ ਸ਼ਾਂਤ ਅੰਦੋਲਨ ਹੈ। ਬੇਸ਼ੱਕ ਸਰਕਾਰ ਇਹਨੂੰ ਹੋਰ ਲੰਮਾ ਕਰਨ ਦਾ ਯਤਨ ਕਰੇਗੀ, ਪਰ ਇਤਿਹਾਸ ਦੇ ਵਿੱਚ ਲੋਕ ਇਸ ਅੰਦੋਲਨ ਨੂੰ ਕਿਵੇਂ ਯਾਦ ਕਰਨਗੇ ਤੇ ਇਸ ਨੂੰ ਅੰਦੋਲਨ ਜੀਵੀ ਕਹਿਣ ਵਾਲੇ ਲੋਕਾਂ ਨੂੰ ਕਿਵੇਂ ਯਾਦ ਕਰਨਗੇ, ਇਹ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਾ। ਅਸੀਂ ਤਾਂ ਚਸ਼ਮਦੀਦ ਵਜੋਂ ਸਾਰਾ ਕੁਝ ਵੇਖ ਰਹੇ ਹਾਂ, ਪਰ ਅਗਲੀਆਂ ਨਸਲਾਂ ਇਸ ਨੂੰ ਯਾਦ ਰੱਖਣਗੀਆਂ। ਇਹਦੇ ਨਾਲ ਹੀ ਅਸੀਂ ਆਪਣਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਆਪਣੀ ਚੜ੍ਹਤ ਇਸੇ ਤਰ੍ਹਾਂ ਬਣਾਈ ਰੱਖੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਇਨੀ ਦਿਨੀ ਪ੍ਰੋਗਰਾਮ ਦੇ ਵਿੱਚ ਉਹਨਾਂ ਬਾਰੇ ਵੀ ਚਰਚਾ ਕਰਦੇ ਰਵਾਂਗੇ। ਫਿਰ ਮਿਲਦੇ ਹਾਂ ਦੋਸਤੋ ਸੰਡੇ ਨੂੰ ਇਹੀ ਪ੍ਰੋਗਰਾਮ ਲੈ ਕੇ ਸੁਚੇਤਕ ਸਟੂਡੀਓ ਦਾ ਇਨੀ ਦਿਨੀ।